ब्रेक तो बाद थोड़ा स्वागत है जी। डॉक्टर साहब साडे कोल ईमेल आई है भैन अमनजोत कौर जी दी, जिन्हां दी ईमेल असीं कल भी पढ़ी सी लंबी होण करके जी, ते असीं इहनूं छोटे छोटे पार्ट्स विच पढ़ांगे जी। जी इन्नी लंबी है ते 4-5 सैगमेंट होने ने जी। ਇਹ ਲਿਖਦੇ ਹਨ ਪੰਜਾਬ 'ਚ ਪਹਿਲਾਂ ਹੀ ਹਿੰਦੂਆਂ ਦੀ ਆਬਾਦੀ ਬਹੁਤ ਹੈ ਤੇ ਹੁਣ ਹੋਰ ਸੂਬਿਆਂ 'ਚੋਂ ਹੋਰ ਵੀ ਹਿੰਦੂ ਇੱਥੇ ਆ ਰਹੇ ਹਨ, ਰਾਸ਼ਨ ਕਾਰਡ ਲੈ ਰਹੇ ਹਨ, ਵੋਟ ਪਾ ਰਹੇ ਹਨ। ਕੀ ਇਹ ਲੋਕ ਸਿੱਖਾਂ ਦੀ ਆਜ਼ਾਦੀ ਦੇ ਰਾਹ 'ਚ ਅੜਿੱਕਾ ਨਹੀਂ ਬਣਨਗੇ? ਕੀ ਇਹ ਲੋਕ ਰੈਫਰੈਂਡਮ ਦੇ ਖਿਲਾਫ ਵੋਟ ਨਹੀਂ ਪਾਣਗੇ? ਕੀ ਹੋਵੇਗਾ ਜੇ ਇਹ ਸਿੱਖਾਂ ਦੇ ਉਦਮ ਨੂੰ ਢਾਹ ਲਾਉਣਗੇ? ਇਸ ਤੋਂ ਬਾਅਦ ਸਿੱਖਾਂ ਦੇ ਹੋਰ ਡੇਰੇ ਅਤੇ ਸਰਕਾਰੀ ਸਿੱਖ, ਸਨਾਤਨੀ ਸਿੱਖ ਇਹ ਸਭ ਜਦ ਇਕੱਠੇ ਹੋਣਗੇ ਸਾਡੇ ਖਿਲਾਫ, ਕੀ ਫਿਰ ਅਸੀਂ ਆਜ਼ਾਦ ਪੰਜਾਬ ਖਾਲਿਸਤਾਨ ਜਾਂ ਸਿੱਖ ਰਾਜ ਦੀ ਆਸ ਰੱਖ ਸਕਦੇ ਹਾਂ? ਜੇ ਰੈਫਰੈਂਡਮ ਕਦੇ ਹੋਵੇ ਹੀ ਨਾ, ਰੈਫਰੈਂਡਮ ਕਰਾਉਣ ਦੀ ਇਜਾਜ਼ਤ ਹੀ ਨਾ ਦਿੱਤੀ ਜਾਵੇ, ਭਾਰਤੀ ਸਰਕਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਰਗੇ ਆਪਣੇ ਹੀ ਕਠਪੁਤਲੀ ਸਿੱਖਾਂ ਨੂੰ ਭੇਜ ਸਕਦੀ ਹੈ ਇਹ ਪ੍ਰਭਾਵ ਦੇਣ ਲਈ ਕਿ ਭਾਰਤ 'ਚ ਸਿੱਖ ਬਿਲਕੁਲ ਠੀਕ ਹਨ। ਉਹਨਾਂ ਨੇ ਸਿੱਖਸ ਫॉर ਜਸਟਿਸ ਖਿਲਾਫ ਪਹਿਲਾਂ ਹੀ ਕੇਸ ਕੀਤਾ ਹੋਇਆ ਹੈ। ਜੇ ਰੈਫਰੈਂਡਮ ਹੋ ਜਾਂਦਾ ਹੈ ਅਤੇ ਉਸ ਦਾ ਨਤੀਜਾ ਨਾ ਆਉਂਦਾ ਹੈ, ਫਿਰ ਸਿੱਖਾਂ ਦੀ ਅਗਲੀ ਰਣਨੀਤੀ ਕੀ ਹੋਵੇਗੀ? ਕੀ ਤੁਹਾਡੇ ਕੋਲ ਖਾਲਿਸਤਾਨ ਲਈ ਕੋਈ ਰਣਨੀਤੀ ਜਾਂ ਵਿਜ਼ਨ ਹੈ? ਇਸ ਦੀ ਹੋਂਦ ਹੱਦ ਕਿੱਥੋਂ ਕਿੱਥੇ ਤੱਕ ਹੋਵੇਗੀ? ਚੱਲੇਗਾ ਕਿਵੇਂ? ਡਿਪਲੋਮੈਸੀ। ਦੇਖੋ, ਅਸੀਂ ਸਾਰੇ ਬੀਤੇ ਦਿਨਾਂ ਦੀਆਂ ਗੱਲਾਂ ਯਾਦ ਕਰਦੇ ਹਾਂ। ਅਸੀਂ ਜੋ ਅੱਜ ਸਾਡੇ ਨਾਲ ਗਲਤ ਹੋ ਰਿਹਾ ਹੈ ਉਸ ਨੂੰ ਦੇਖ ਸਮਝ ਸਕਦੇ ਹਾਂ, ਪਰ ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਉਣ ਵਾਲੇ ਸਮੇਂ ਲਈ ਸੁਹਿਰਦ ਨਹੀਂ। ਸਾਨੂੰ ਆਉਣ ਵਾਲੇ ਸਮੇਂ ਦਾ ਬਲੂਪ੍ਰਿੰਟ ਚਾਹੀਦਾ ਹੈ ਤਾਂ ਜੋ ਅਸੀਂ ਲੋਕਾਂ ਨੂੰ ਖਾਲਿਸਤਾਨ ਲਈ ਤਿਆਰ ਕਰ ਸਕੀਏ। ਮਾਫ ਕਰਨਾ, ਪਰ ਖਾਲਿਸਤਾਨ ਪੱਖੀ ਸਿੱਖ ਵੀ ਧੜਿਆਂ 'ਚ ਵੰਡੇ ਹਨ। ਇਹ ਕੋਈ ਚੰਗੀ ਗੱਲ ਨਹੀਂ। ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸਿੱਖਸ ਫॉर ਜਸਟਿਸ ਦੀ 2020 ਰੈਫਰੈਂਡਮ ਦੀ ਮੁਹਿੰਮ ਤੇ ਸਵਾਲੀਆ ਨਿਸ਼ਾਨੀ ਲਗਾਈ ਹੈ। ਮੈਂ ਕਈ ਵਾਰ ਸੋਸ਼ਲ ਮੀਡੀਆ ਤੇ ਦੇਖਦੀ ਹਾਂ ਕਿ ਅਕਾਲੀ ਦਲ, ਦਲ ਖਾਲਸਾ ਅਤੇ ਸਿੱਖਸ ਫॉर ਜਸਟਿਸ ਦੇ ਕਾਰਕੁਨ ਆਪਸ ਝਗੜਦੇ ਰਹਿੰਦੇ ਹਨ ਕਿ ਖਾਲਿਸਤਾਨ ਲਈ ਕੌਣ ਵੱਧ ਕੰਮ ਕਰ ਰਿਹਾ ਹੈ। ਕੀ ਇਹ ਚੰਗੀ ਗੱਲ ਹੈ? ਮੈਂ ਉਹਨਾਂ ਲੋਕਾਂ ਨੂੰ ਦੇਖਿਆ ਹੈ ਜੋ ਸਿੱਖਸ ਫॉर ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਅਤੇ ਤਜਿੰਦਰ ਕੌਰ ਤੇ ਸ਼ਬਦੀ ਵਾਰ ਕਰਦੇ ਹਨ ਕਿ ਇਹ ਆਪਣੇ ਕੇਸ ਕਤਲ ਕਰਦੇ ਹਨ, ਸਿੱਖੀ ਸਰੂਪ ਵਿੱਚ ਨਹੀਂ ਹਨ। ਫਿਰ ਖਾਲਿਸਤਾਨ ਦੀ ਗੱਲ ਇਹ ਕਿਵੇਂ ਕਰ ਸਕਦੇ ਹਨ? ਮੈਂ ਸਿਮਰਨਜੀਤ ਸਿੰਘ ਮਾਨ ਨੂੰ ਸੁਣਿਆ ਹੈ, ਇਹ ਕਹਿੰਦੇ ਹਨ ਕਿ ਖਾਲਿਸਤਾਨ 'ਚ ਲੇਹ, ਕੱਛ, ਅਣਵੰਡਿਆ ਪੰਜਾਬ ਆਊਗਾ। ਉਹਨਾਂ ਦੀ ਇਹ ਗੱਲ ਜ਼ਮੀਨੀ ਹਕੀਕਤ ਤੋਂ ਪਰੇ ਲੱਗਦੀ ਹੈ ਤੇ ਕਈ ਵਾਰ ਤਾਂ ਸੋਚ ਤੋਂ ਵੀ ਪਰੇ ਲੱਗਦੀ ਹੈ। ਜਿੱਥੇ ਸਿੱਖਸ ਫॉर ਜਸਟਿਸ ਸਿਰਫ ਅੱਜ ਦੇ ਪੰਜਾਬ ਦੀ ਗੱਲ ਕਰਦੀ ਹੈ, ਮੈਂ ਸਿੱਖਸ ਫॉर ਜਸਟਿਸ ਦੇ ਸਮਰਥਕਾਂ ਨੂੰ ਸਿਮਰਨਜੀਤ ਸਿੰਘ ਮਾਨ ਨੂੰ ਨਿੰਦਿਆ ਦੇਖਿਆ ਹੈ। ਜਦ ਸਾਡੇ ਆਪਣੇ ਲੋਕ ਹੀ ਇੰਨੇ ਵੰਡੇ ਹੋਏ ਹਨ ਤਾਂ ਅਸੀਂ ਪੰਜਾਬ ਦੀ ਆਮ ਜਨਤਾ ਨੂੰ ਖਾਲਿਸਤਾਨ ਲਈ ਕਿਵੇਂ ਤਿਆਰ ਕਰਾਂਗੇ ਜਾਂ ਉਹਨਾਂ ਨੂੰ ਖਾਲਿਸਤਾਨ ਦੇ ਭਵਿੱਖ ਬਾਰੇ ਕਿਵੇਂ ਸਮਝਾਵਾਂਗੇ? ਸਿੱਖਸ ਫॉर ਜਸਟਿਸ ਹਮੇਸ਼ਾ ਈਸਟ ਤੈਮੂਰ ਦੀ ਆਜ਼ਾਦੀ ਦੀ ਉਦਾਹਰਨ ਦਿੰਦੇ ਹਨ, ਪਰ ਇਹ ਦੇਸ਼ ਇੰਟਰਨੈਸ਼ਨਲ ਪਾਵਰਟੀ ਲਾਈਨ ਤੇ ਤੋਂ ਹਮੇਸ਼ਾ ਹੇਠਾਂ ਰਹੇ ਹਨ। ਕਈ ਚੰਗੀ ਸਮਝ ਰੱਖਣ ਵਾਲਾ ਏਦਾਂ ਦੇ ਆਜ਼ਾਦ ਖਿੱਤੇ ਦੀ ਕਿਉਂ ਅਤੇ ਕਿਵੇਂ ਵਕਾਲਤ ਕਰੇਗਾ? ਇੱਕ ਆਮ ਇਨਸਾਨ ਆਪਣੀ ਗਲਤੀ ਸੁਧਾਰਨਾ ਚਾਹੁੰਦਾ ਹੈ, ਨਾ ਕਿ ਵਿਗਾੜਨਾ। ਬੁਰਾ ਨਾ ਮੰਨਿਓ ਮੇਰੀ ਗੱਲ ਦਾ। ਕੀ ਤੁਹਾਨੂੰ ਲੱਗਦਾ ਹੈ ਕਿ ਸਿੱਖਸ ਫॉर ਜਸਟਿਸ ਕੋਲ ਕੋਈ ਪੁਖਤਾ ਨੁਕਤੇ ਹਨ ਤਾਂ ਜੋ ਉਹ ਲੋਕਾਂ ਨੂੰ ਆਜ਼ਾਦੀ ਲਈ ਮਨਾ ਸਕਣ ਤੇ ਲੋਕਾਂ ਨੂੰ ਹਾਂ ਪੱਖੀ ਵੋਟ ਪਾਉਣ ਲਈ ਪ੍ਰੇਰ ਸਕਣ? ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕਿਉਂ ਅਸੀਂ ਹਮੇਸ਼ਾ ਉਹਨਾਂ ਇਲਾਕਿਆਂ ਦੀ ਗੱਲ ਕਰਦੇ ਹਾਂ ਜੋ ਅੱਜ ਭਾਰਤ ਵਿੱਚ ਹਨ? ਅਸੀਂ ਪਾਕਿਸਤਾਨੀ ਪੰਜਾਬ ਦੀ ਗੱਲ ਕਿਉਂ ਨਹੀਂ ਕਰਦੇ? ਕੀ ਸਾਡੇ ਇਤਿਹਾਸਕ ਅਸਥਾਨ ਸਾਡੇ ਲਈ ਜ਼ਰੂਰੀ ਨਹੀਂ ਹਨ? ਜੀ ਡਾਕਟਰ ਸਾਹਿਬ, ਉਹਨਾਂ ਨੇ ਲੀਡਰਸ਼ਿਪ ਬਾਰੇ ਗੱਲ ਕੀਤੀ, ਇਹ ਵੀ ਪੜ੍ਹਦਾ ਕਿ ਮੇਰਾ ਖਿਆਲ ਹੈ ਕਾਫੀ ਹੈ, ਇੱਥੇ ਤੁਸੀਂ ਮਾਰਕ ਕਰ ਲਓ। ਓਕੇ। ਭੈਣ ਜੀ ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਬੜੀ ਖੁੱਲੀ ਡਿਬੇਟ ਇਸ ਸਾਰੇ ਮੁੱਦੇ ਦੇ ਉੱਤੇ ਉਸ ਨੂੰ ਇਨੀਸ਼ੀਏਟ ਕੀਤਾ। ਉਹ ਆਪ ਵੀ ਜਿਹੜਾ ਇਹਨਾਂ ਸਵਾਲਾਂ ਬਾਰੇ ਸ਼ਾਇਦ ਕਈ ਪਾਸੇ ਕਈ ਨੁਕਤਿਆਂ ਤੋਂ ਸਪਸ਼ਟ ਨੇ, ਪਰ ਮੈਂ ਜਿਵੇਂ ਕੱਲ ਵੀ ਕਿਹਾ ਸੀ ਕਿ ਅਸੀਂ ਇਸ ਲਈ ਵੀ ਇਸ ਨੂੰ ਵਿਚਾਰ ਚਰਚਾ 'ਚ ਲਿਆਉਣਾ ਚਾਹੁੰਦੇ ਹਾਂ ਕਿ ਇਹ ਉਹਨਾਂ ਦੇ ਨਿੱਜੀ ਸਵਾਲ ਹੀ ਨਹੀਂ ਨੇ,
ਬਹੁਤ ਸਾਰੇ ਜਿਹੜੇ ਨੇ ਇਸ ਲਾਈਨ ਦੇ ਉੱਤੇ ਸਵਾਲ ਕਰਦੇ ਵੀ ਨੇ, ਸੈਮੀਨਾਰਸ ਦੇ ਵਿੱਚ, ਡਿਸਕਸ਼ਨਸ ਦੇ ਵਿੱਚ, ਗੁਰਦੁਆਰਿਆਂ ਦੇ ਪਲੇਟਫਾਰਮ ਤੇ ਵੀ ਵਿਚਾਰ ਚਰਚਾ 'ਚ ਸੁਣਨ ਨੂੰ ਆਉਂਦਾ ਹੈ। ਔਰ ਬੇਸ਼ੱਕ ਇਹਦੇ ਲਈ ਜਿਵੇਂ ਅਸੀਂ ਵੀ ਕੋਈ ਇਹ ਤਾਂ ਨਹੀਂ ਕਲੇਮ ਕਰ ਸਕਦੇ ਕਿ ਐਬਸੋਲੂਟ ਟਰੂਥ ਸਾਡੇ ਕੋਲ ਹੈ, ਪਰ ਅਸੀਂ ਇਹਨਾਂ ਸਾਰਿਆਂ ਨੂੰ ਕਿਵੇਂ ਰਿਲੇਟਿਵਲੀ ਦੇਖਦੇ ਹਾਂ ਔਰ ਕਿਵੇਂ ਅਸੀਂ ਚਾਹੁੰਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਸਮੁੱਚੀ ਸਿੱਖ ਕੌਮ ਜਿਹੜੀ ਹੈ ਉਸ ਦੇ ਵਿੱਚ ਇੱਕ ਕੰਸੈਂਸਸ ਬਣੇ। ਇਹ ਤਾਂ ਨਹੀਂ ਹੁੰਦੀ ਕਿ ਵੀ ਸਿੱਖ ਕੌਮ 'ਚ ਏਕਤਾ ਹੋਏ। ਜਿਹੜੇ ਬਹੁਤ ਸਾਰੇ ਇਹ ਕਹਿਣਗੇ ਜੀ ਸਾਰੇ ਇਕੱਠੇ ਕਿਉਂ ਨਹੀਂ ਹੁੰਦੇ, ਸਾਰਿਆਂ ਦੀ ਏਕਤਾ, ਤੇ ਮੇਰਾ ਕਈ ਵਾਰੀ ਮੈਂ ਲਾਈਟਰ ਵੇਂਜ ਕਹਿੰਦਾ ਹੁੰਦਾ ਜੀ ਪਹਿਲਾਂ ਏਡਾ ਵੱਡਾ ਮੰਜਾ ਬਣਾਓ ਜੇ ਤੇ 30 ਮਿਲੀਅਨ ਸਿੱਖਾਂ ਨੂੰ ਇੱਕ ਮੰਜੇ ਤੇ ਬਿਠਾਉਣਾ, ਜੇ ਏਕਤਾ ਉਹਦਾ ਨਾਂ ਹੈ। ਬਾਕੀ ਇਹ ਜ਼ਰੂਰ ਹੈ ਕਿ ਜਿਹੜੇ ਸਾਡੇ ਸੁਹਿਰਦ ਵੀਰ ਭੈਣਾਂ ਨੇ, ਪੰਥ ਪ੍ਰਸਤ ਸਿੱਖ ਨੇ, ਉਹਨਾਂ ਦੇ ਵਿੱਚ ਜਿਹੜੇ ਸ਼ੰਕੇ ਨੇ ਜਾਂ ਉਹਨਾਂ ਦੇ ਸਵਾਲ ਨੇ, ਉਹਨਾਂ ਨੂੰ ਵਿਚਾਰ ਦੇ ਨਾਲ ਉਹਨਾਂ ਦੀ ਤਸੱਲੀ ਕਰਾਉਣਾ ਜਾਂ ਉਹਨਾਂ ਨੂੰ ਵੀ ਆਪਣੇ ਕਾਫਲੇ ਦੇ ਨਾਲ ਜੋੜਨਾ, ਇਹ ਸਾਡੀ ਇੱਕ ਮੂਲ ਡਿਊਟੀ ਵੀ ਹੈ। ਬਾਕੀ ਇਸ ਗੱਲ ਦਾ ਧਿਆਨ ਰੱਖੀਏ ਕਿ ਜਦੋਂ ਵੀ ਕੋਈ ਚੇਂਜ ਹੁੰਦੀ ਹੈ ਉਹ ਚੇਂਜ ਸੌਖੀ ਨਹੀਂ ਹੁੰਦੀ ਬਹੁਤਿਆਂ ਵੱਲੋਂ ਐਕਸੈਪਟ ਕਰਨੀ। ਔਰ ਗੁਰੂ ਸਾਹਿਬਾਨ ਦੇ ਆਪਣੇ ਜੀਵਨ ਕਾਲ 'ਚ ਵੀ ਅਸੀਂ ਦੇਖਦੇ ਹਾਂ, ਹੁਣ ਜਦੋਂ ਆ ਰਾਮ ਰਾਈਏ, ਧੀਰ ਮੱਲੀਏ, ਮੀਣੇ, ਮਸੰਦ ਇਹਨਾਂ ਦੀ ਗੱਲ ਕਰਦੇ, ਹੁਣ ਜਥੇਦਾਰ ਬੈਠੇ ਕੱਲ ਬੜਾ ਗੋਲਮੋਲ ਜਿਹੀ ਗੱਲ ਕਰ ਦਿੱਤੀ ਕਿ ਜੀ ਸ਼੍ਰੋਮਣੀ ਕਮੇਟੀ ਨੂੰ ਕਿਹਾ ਜੀ ਹੁਣ ਅੱਗੋਂ ਤੁਸੀਂ ਲੱਭੋ ਕਿ ਵਡਭਾਗ ਸਿੰਘ ਨੇ ਅੰਮ੍ਰਿਤ ਛਕਿਆ ਸੀ, ਨਹੀਂ ਛਕਿਆ ਸੀ, ਔਰ ਕੀ ਹੈ, ਔਰ ਇਹਦੇ ਤੇ ਗੱਲ ਕਰੋ। ਲੋਕਾਂ ਨੂੰ ਵੀ ਕਿਹਾ ਜੀ ਧਾਰਮਿਕ ਮੁੱਦੇ ਤੁਸੀਂ ਧਰਮ ਪ੍ਰਚਾਰ ਕਮੇਟੀ ਨੂੰ, ਇਹ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਵੀ ਧਰਮ ਪ੍ਰਚਾਰ ਕਮੇਟੀ ਐਗਜ਼ਿਸਟ ਕਰਦੀ ਹੈ, ਤੇ ਇਹ ਧਰਮ ਪ੍ਰਚਾਰ ਕਮੇਟੀ ਹਾਫਜ਼ ਹੈ ਸਿੱਖ ਰਹਿਤ ਮਰਿਆਦਾ ਦੀ। ਹੁਣ ਜੇ ਇਹਨਾਂ ਦੇ ਕਿਸੇ ਵਿਦਵਾਨ ਨੂੰ ਇਹ ਸਮਝ ਆ ਗਈ ਕਿ ਵਡਭਾਗ ਸਿੰਘ ਨੇ ਅੰਮ੍ਰਿਤ ਛਕਿਆ ਸੀ, ਜਿਨ੍ਹਾਂ ਨੇ 20-25 ਸਾਲ ਸਾਰੇ ਇਤਿਹਾਸ ਨੂੰ ਖੰਗਾਲਿਆ, ਲੱਭਿਆ, ਸਰਚ ਕੀਤਾ, ਉਹਨਾਂ ਨੂੰ ਨਹੀਂ ਨਜ਼ਰ ਆਇਆ ਕਿ ਵਡਭਾਗ ਸਿੰਘ ਨੇ ਅੰਮ੍ਰਿਤ ਛਕਿਆ? ਇਹਨਾਂ ਨੂੰ ਨਜ਼ਰ ਆਇਆ ਜਾਂ ਲਿਫਾਫਿਆਂ ਨੇ ਇਹਨਾਂ ਨੂੰ ਨਜ਼ਰ ਕਰਵਾਇਆ? ਹੁਣ ਜਿਹਨੂੰ ਮਰਜ਼ੀ ਤੁਸੀਂ ਬਣਾ ਦਿਓ, ਕਿਸੇ ਨੂੰ ਕਹੋ ਜੀ ਹੁਣ ਉਹ ਬਲਬੀਰ ਸਿੰਘ, ਉਹ ਆਸ਼ੂਤੋਸ਼ ਦਾ ਉਹ ਕੀਰਤਨ ਹੀ ਨਹੀਂ ਕਰ ਸਕਦਾ। ਪਹਿਲਾਂ ਸ਼੍ਰੋਮਣੀ ਰਾਗੀ ਕਿਹਨੇ ਬਣਾਇਆ ਸੀ? ਉਦੋਂ ਤੁਸੀਂ ਦੇਖ ਲਿਆ ਸੀ ਕਿ ਵੀ ਇਹਦਾ ਸਾਰਾ ਜਿਹੜਾ ਕਲੀਨ ਹੈ, ਕਲੀਅਰ ਹੈ। ਹੁਣ ਇੱਕ ਅਜੇ ਹਟਿਆ, ਹੁਣ ਕਹਿੰਦੇ ਜੀ ਉਹ ਸੁੱਚਾ ਸਿੰਘ ਜਵੱਦੀ, ਜਿਹੜਾ ਜਵੱਦੀ ਕਲਾਂ ਡੇਰਾ ਬਣਾਇਆ ਹੋਇਆ ਸੀ ਜੀ, 31 ਰਾਗਾਂ 'ਚ ਉਹਨੇ ਕੀਰਤਨ ਕੀਤਾ ਤੇ ਉਹਨੂੰ ਵੀ ਸ਼੍ਰੋਮਣੀ ਰਾਗੀ ਬਣਾਉਣਾ। ਉਹ ਮੱਕੜ ਜਿਹੜਾ 10 ਸਾਲ ਜਿਹਨੇ ਜੜ੍ਹਾਂ ਜਿਹੜੀਆਂ ਨੇ ਉਹ ਸਿੱਖੀ ਦੀਆਂ 'ਚ ਤੇਲ ਪਾਇਆ, ਉਹਨੂੰ ਸ਼੍ਰੋਮਣੀ ਸੇਵਕ ਅਵਾਰਡ ਉੱਤੋਂ ਸੁੱਟ ਰਹੇ ਨੇ, ਉਹ ਖੜਾ, ਸਾਰੇ ਲੋਕ ਇਕੱਠੇ ਕੀਤੇ ਨੇ ਜੀ। ਬਹੁਤ ਸੇਵਾ ਜੀ। ਅਕਾਲੀ ਦਲ ਦੇ ਇਤਿਹਾਸ 1920 ਤੋਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਏਡੇ ਏਡੇ ਲੀਡਰ ਆਏ, ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਦਿਸ ਦੈਟ ਟੋੜਾ, ਉਹਨਾਂ ਚੋਂ ਕਿਸੇ ਨੂੰ ਨਹੀਂ ਮਿਲਿਆ ਇਹੀ ਸ਼੍ਰੋਮਣੀ ਸੇਵਕ। ਵਾਕਈ ਇਹ ਜਿਹੜਾ ਸ਼੍ਰੋਮਣੀ ਸੇਵਕ ਨੇ ਐਸੀ ਸੇਵਾ ਕੀਤੀ ਹੈ ਕਿ ਜਿਹੜਾ ਆਉਣ ਵਾਲੇ 50 ਸਾਲ ਕੀ ਸਦੀਆਂ ਤੱਕ ਸਿੱਖ ਯਾਦ ਰੱਖਣਗੇ ਕਿ ਸਿੱਖੀ ਦੀਆਂ ਜੜ੍ਹਾਂ 'ਚ ਕਿਵੇਂ ਤੇਲ ਦਿੱਤਾ। ਸੋ ਇੱਕ ਪਾਸੇ ਇਹ ਕਲਾਸ ਹੈ, ਔਰ ਉਹਨਾਂ ਨੇ ਜਿਵੇਂ ਵਿਚਾਲੇ ਕਿਹਾ ਕਿ ਕੱਲ ਨੂੰ ਇਹ ਮਨਜੀਤ ਸਿੰਘ ਜੀਕੇ ਵਰਗੇ ਜਿਹੜਾ ਜਿਹਨੇ ਆਪਣੇ ਰੱਖੇ ਹੈ ਟੁੱਚੇ ਇੱਦਾਂ ਦੀਆਂ ਗੱਲਾਂ ਕਰਨ ਨੂੰ ਕਿ ਜੀ ਇਹ ਬਿਲਕੁਲ ਇਹ ਖਾਲਿਸਤਾਨ ਤਾਂ ਵਿਰੋਧ 'ਚ ਹੈ ਜੀ, ਗੁਰਬਾਣੀ 'ਚ ਹੀ ਖਾਲਿਸਤਾਨ ਦੀ ਗੱਲ ਨਹੀਂ ਹੈ। ਸੋ ਮੈਂ ਸਿਸਟਮੈਟਿਕਲੀ ਮੇਰੇ ਖਿਆਲ ਬ੍ਰੇਕ ਅੱਜ ਵੀ ਤੁਸੀਂ ਮਾਈਨਸ ਕਰ ਦੇਣਾ, ਇੱਕੋ ਹੀ ਬ੍ਰੇਕ ਲਵਾਂਗੇ। ਔਰ ਮੈਂ ਇਹਨਾਂ ਨੂੰ ਕਿਉਂਕਿ ਬੜੇ ਇੰਪੋਰਟੈਂਟ ਨੁਕਤੇ ਨੇ ਔਰ ਬਾਰ-ਬਾਰ ਅਸੀਂ ਨਹੀਂ ਚਾਹੁੰਦੇ ਕਿਉਂਕਿ ਬਹੁਤ ਸਾਰਿਆਂ ਦੇ ਸਵਾਲ ਇਹਨਾਂ ਮੁੱਦਿਆਂ ਤੇ ਹੁੰਦੇ ਨੇ, ਸੋ ਅਸੀਂ ਇਹਨੂੰ ਇਸ ਲਈ ਸੀਰੀਅਲਾਈਜ਼ ਕੀਤਾ ਤਾਂ ਕਿ ਅਸੀਂ 4-5-6 ਸੀਰੀਜ਼ ਦੇ ਵਿੱਚ ਇਹ ਸਾਰੇ ਇਸ਼ੂਜ਼ ਨੂੰ ਆਨਸਰ ਕਰੀਏ ਔਰ ਐਜ਼ ਏ ਸੈਟ ਇਹ ਯੂਜ਼ ਹੋ ਸਕਦਾ ਹੈ ਕੋਈ ਵੀ ਜਿਹੜਾ ਅੱਗੋਂ ਇਹਨੂੰ ਸਰਚ ਕਰਨਾ ਚਾਹੇ। ਉਹਨਾਂ ਨੇ ਪਹਿਲੇ ਹਵਾਲੇ ਨਾਲ ਰੈਫਰੈਂਡਮ ਦੀ ਗੱਲ ਹੀ ਚੱਲ ਰਹੀ ਹੈ, ਕੌਨਟੈਕਸਟ ਹੋਈ ਹੈ ਰੈਫਰੈਂਡਮ 2020, ਪੰਜਾਬ ਦੇ ਹਿੰਦੂਆਂ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਨੇ ਰਾਸ਼ਨ ਕਾਰਡ ਬਣਾ ਲਏ ਨੇ ਔਰ ਵੱਡੀ ਗਿਣਤੀ 'ਚ ਆ ਰਹੇ ਨੇ, ਉਹ ਵੋਟ ਪਾਉਣਗੇ ਔਰ ਉਹਨਾਂ ਦੇ ਨਾਲ ਫਿਰ ਡੇਰਿਆਂ ਵਾਲੇ ਸਿੱਖ, ਸਰਕਾਰੀ ਸਿੱਖ, ਸਨਾਤਨੀ ਸਿੱਖ, ਇਹ ਸਾਰੇ ਰਲਣਗੇ, ਸਾਡੀ ਗਿਣਤੀ ਕਿੱਥੇ ਲਾਈ ਕਰੇਗੀ ਜੀ। ਦੇਖੋ ਜ਼ਾਹਰ ਹੈ ਵੀ ਇਹ ਜੇ ਹੁਣ ਵਡਭਾਗ ਸਿੰਘਿਆਂ ਨੂੰ ਵੀ ਵਿੱਚ ਲਿਆ ਕੇ ਵਾੜਨ ਦੀ ਲਾਈਨ ਹੈ, ਆਪਣੇ ਆਪ ਤਾਂ ਜਥੇਦਾਰਾਂ ਦਾ ਕੰਮ ਨਹੀਂ ਹੈਗਾ, ਇਹਨਾਂ ਦੇ ਬਿਹਾਈਂਡ ਕੌਣ ਹੈ ਨਹੀਂ। ਉਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਸੌਦਾ ਸਾਧ ਨੂੰ ਖੜਾ ਕੀਤਾ, ਫਿਰ ਹਰਿਆਣੇ 'ਚ ਬੀਜੇਪੀ ਦੇ ਨਾਲ ਉਹਨੇ ਅਲਾਇੰਸ ਕੀਤਾ ਔਰ ਇਹ ਸਾਰਾ ਪਾਰਟ ਜਿਹੜਾ ਹੈ ਇਹ ਉਸ ਦੀ ਫਿਲਮ ਨੂੰ ਕਲੀਅਰੈਂਸ, ਮੈਸੇਂਜਰ ਆਫ ਗੋਡ ਕਲੀਅਰੈਂਸ, ਇਧਰ ਜਿੰਦਾ ਸੁੱਖਾ ਫਿਲਮ ਦੇ ਉੱਤੇ ਜਿਹੜੀ ਹੈ ਸੈਂਸਰ ਦੀ ਕਲੀਅਰੈਂਸ ਦੇ ਬਾਵਜੂਦ ਹੋਮ ਮਿਨਿਸਟਰੀ ਨੇ ਕਹਿ ਕੇ ਦੁਬਾਰਾ ਪਾਬੰਦੀ ਲਾਈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖਾਂ ਨੂੰ ਸ਼ਾਇਦ ਭੁਲੇਖਾ ਹੋਇਆ ਜੀ ਰੈਫਰੈਂਡਮ ਹੋਣਾ ਹੈ, ਨਹੀਂ ਹੋਣਾ, ਅਸੀਂ ਜਿੱਤਣਾ, ਪਰ ਸਾਡਾ ਦੁਸ਼ਮਣ ਜਿਹੜਾ ਹੈ ਉਹ ਉਸ ਦਿਨ ਦੇ ਲਈ ਵੀ ਤਿਆਰੀ ਕਰ ਰਿਹਾ ਕਿ ਜਦੋਂ ਇਹ ਸਿਚੁਏਸ਼ਨ ਬਣਨੀ ਹੈ ਕਿ ਕਿਸੇ ਸਟੇਜ ਦੇ ਉੱਤੇ ਲੋਕਾਂ ਕੋਲ ਇਹ ਚੋਇਸ ਆਏਗੀ, ਉਦੋਂ ਉਹਨਾਂ ਨੇ ਇਹਨੂੰ ਕਿਵੇਂ ਡਿਸਟਰੋਏ ਕਰਨਾ। ਸੋ ਜ਼ਾਹਰ ਹੈ ਵੀ ਇਹ ਚੈਲੰਜਸ ਨੇ, ਲੇਕਿਨ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਜਦੋਂ ਵੀ ਰੈਫਰੈਂਡਮ ਦੇ ਹਵਾਲੇ ਨਾਲ ਜਾਂ ਪਲੇਬਿਸਾਈਡ ਦੇ ਹਵਾਲੇ ਨਾਲ
ਇੰਟਰਨੈਸ਼ਨਲ ਇੰਟਰਵੈਂਸ਼ਨ ਨਾਲ ਗੱਲ ਹੁੰਦੀ ਹੈ। ਸੋ ਦੋਨਾਂ ਧਿਰਾਂ ਦੇ ਕੋਲ ਮੌਕਾ ਹੁੰਦਾ ਹੈ। ਸੋ ਉਹਦੇ 'ਚ ਇਹ ਦੇਖਿਆ ਜਾਏਗਾ ਇਸ ਕਿਸਮ ਦੇ ਜਿਹੜੇ ਜਾਲੀ ਲੋਕ ਨੇ ਇਹਨਾਂ ਨਾਲ ਕਿਵੇਂ ਨਿਬੜਨੇ। ਔਰ ਇਹ ਕਠਪੁਤਲੀਆਂ DGPC ਵਰਗੀਆਂ ਅੱਗੇ ਵੀ ਡਾਇਸਪੋਰਾ ਸਿੱਖਾਂ ਨੇ ਇਹਨਾਂ ਨੂੰ ਡੀਲ ਕੀਤਾ, ਉਦੋਂ ਵੀ ਅਸੀਂ ਡੀਲ ਕਰਨ ਦੀ ਸਮਰੱਥਾ ਰੱਖਾਂਗੇ। ਫਿਰ ਉਹਨਾਂ ਨੇ ਅਗਲੀ ਰਣਨੀਤੀ ਦੇ ਉੱਤੇ ਆ ਗਏ ਕਿ ਵੀ ਸਾਡੇ ਕੋਲ ਜਿਹੜੀ ਹੈ ਵਿਜ਼ਨ ਕਿੱਥੇ ਹੈ ਜਾਂ ਕੀ ਅਸੀਂ ਪਲਾਨ ਕੀਤਾ, ਹੋਂਦ ਕਿਵੇਂ ਹੋਏਗੀ, ਹੱਦ ਕੀ ਹੋਏਗੀ, ਕਿਵੇਂ ਚੱਲੇਗਾ। ਡਿਪਲੋਮੇਸੀ ਦੇ ਹੈਡਿੰਗ ਥੱਲੇ ਉਹਨਾਂ ਨੇ ਕਿਹਾ ਸਾਡਾ ਪਾਸਟ ਦੀਆਂ ਅਸੀਂ ਗੱਲਾਂ ਕਰਦੇ ਹਾਂ, ਫਿਊਚਰ ਦਾ ਬਲੂਪ੍ਰਿੰਟ ਕੀ ਹੈ ਜੀ। ਸੋ ਇਹ ਬੜੀ ਵੈਲਿਡ ਗੱਲ ਹੈ। ਮੈਂ ਸਮਝਦਾ ਹਾਂ ਵੀ ਇਹ ਗੱਲਾਂ ਸ਼ਾਇਦ ਇਸ ਫੋਰਮ ਤੇ ਡਿਸਕਸ ਕਰਨ ਵਾਲੀਆਂ ਵੀ ਨਹੀਂ ਨੇ, ਪਰ ਸਾਨੂੰ ਇਸ ਗੱਲ ਦੇ ਲਈ ਜ਼ਰੂਰ ਜਿਹੜਾ ਜਦੋਂ ਵੀ ਅਸੀਂ ਭਵਿੱਖ ਦਾ ਇੱਕ ਨੇਸ਼ਨ ਉਸਾਰਨਾ, ਉਸ ਦੇ ਨਾਲ ਜੁੜੇ ਹੋਏ ਐਡਮਿਨਿਸਟ੍ਰੇਟਿਵ, ਡਿਪਲੋਮੈਟਿਕ, ਫਾਈਨੈਂਸ਼ੀਅਲ ਦੂਸਰੇ ਫੈਕਟਰਸ ਦੇ ਲਈ ਮਾਹਿਰਾਂ ਦੀ ਗੱਲ, ਹੁਣ ਜੇ RSS ਦੀ ਗੱਲ ਕਰਦੇ ਹਾਂ, ਉਹਨਾਂ ਨੇ ਕਿੰਨੇ ਸੈਂਕੜੇ IAS, IFS ਔਰ ਮਿਲਟਰੀ ਜਨਰਲ ਉਹਨਾਂ ਦੇ ਥਿੰਕ ਟੈਂਕਸ ਦਾ ਹਿੱਸਾ ਨੇ। ਸੋ ਇਹਦੇ ਥੱਲੇ ਚਲੋ ਹੋ ਸਕਦਾ ਥੋੜਾ ਬਹੁਤ ਕੰਮ ਹੋ ਵੀ ਰਿਹਾ ਹੋਏ ਕਿਸੇ ਲੈਵਲ ਤੇ, ਪਰ ਇਹ ਉਹ ਫੀਲਡ ਹੈ ਜਿਨ੍ਹਾਂ ਲੋਕਾਂ ਨੂੰ ਵਿਦਆਊਟ ਉਸ ਫੋਕਸ ਲਿਆਏ ਬਿਨਾਂ ਕੈਮਰਿਆਂ ਦੇ ਥੱਲੇ ਉਹਨਾਂ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ, ਤਾਂ ਕਿ ਜਦੋਂ ਵੀ ਉਹ ਇੱਕ ਆਸਪੀਸਿਸ ਜਿਹੜੀ ਹੈ ਉਹ ਘੜੀ ਬਣਦੀ ਹੈ ਕਿ ਇਹ ਸਾਡੀ ਗੱਲ ਹਕੀਕਤ 'ਚ ਕਨਵਰਟ ਹੁੰਦੀ ਹੈ, ਸਾਡੇ ਕੋਲ ਫਿਊਚਰ ਦਾ ਬਲੂਪ੍ਰਿੰਟ ਹੋਣਾ ਚਾਹੀਦਾ। ਫਿਰ ਉਹਨਾਂ ਨੇ ਧੜੇਬੰਦੀ ਦੀ ਗੱਲ ਕੀਤੀ। ਇੱਕ ਪਾਸੇ ਤਾਂ ਉਹਨਾਂ ਨੇ ਦੱਸਿਆ ਵੀ ਸਿੱਖਾਂ ਨੂੰ ਧਰਮ ਦੇ ਪੱਖੋਂ ਕਿਵੇਂ ਡਿਵਾਈਡ ਕੀਤਾ ਹੋਇਆ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਖਾਲਿਸਤਾਨ ਪੱਖੀ ਸਿੱਖ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦਲ ਖਾਲਸਾ, ਅਕਾਲੀ ਦਲ ਅੰਮ੍ਰਿਤਸਰ, ਸਿੱਖਸ ਫਾਰ ਜਸਟਿਸ ਔਰ ਇਹਨਾਂ ਦੀ ਗੱਲ ਕੀਤੀ। ਉਹਨਾਂ ਨੇ ਫਿਰ ਕਿਹਾ ਜੀ ਜਿਹੜੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂ ਜਾਂ ਬੀਬੀ ਤਜਿੰਦਰ ਕੌਰ ਨੇ, ਉਹਨਾਂ ਦੇ ਉੱਤੇ ਵੀ ਫਰੰਟ ਖੋਲਿਆ ਕਿ ਜੀ ਇਹਨਾਂ ਦੇ ਤਾਂ ਆਪਣੇ ਕੇਸ ਨਹੀਂ ਹੈਗੇ ਜਾਂ ਇਹ ਬੇਅਦਬੀ ਕਰਦੇ ਨੇ, ਇਹ ਕਿਉਂ ਜਿਹਾ ਬਣਾਉਣਗੇ। ਫਿਰ ਹੱਦਾਂ ਨੂੰ ਲੈ ਕੇ ਕਿ ਭਾਈ ਲੇਹ ਲਦਾਖ ਜਾਂ ਦੂਜੀਆਂ ਹੱਦਾਂ ਨੇ, ਜਾਂ ਇਹਨਾਂ ਨੇ ਫਿਰ ਆਪਣਾ ਵੀ ਵਿੱਚ ਰੱਖਿਆ ਕਿ ਜੀ ਪਾਕਿਸਤਾਨ ਵਿਚਲੇ ਜਿਹੜੇ ਨੇ ਸਾਡੇ ਇਤਿਹਾਸਕ ਗੁਰਦੁਆਰੇ ਜਾਂ ਦੂਜੇ, ਉਹਨਾਂ ਦੀ ਅਸੀਂ ਗੱਲ ਕਿਉਂ ਨਹੀਂ ਕਰਦੇ। ਹੁਣ ਦੇਖੋ ਅਸੀਂ ਇੱਕੋ ਦੇ ਵਿੱਚ ਬਹੁਤ ਕੁਝ ਲਿਆ ਰਹੇ ਹਾਂ ਚੀਜ਼ਾਂ ਨੂੰ। ਦੇਖੋ ਮਤਭੇਦ ਹਮੇਸ਼ਾ ਇੱਕ ਜਿਉਂਦੀ ਜਾਗਦੀ ਕੌਮ ਦਾ ਸਬੂਤ ਵੀ ਹੁੰਦਾ ਹੈ। ਜੀ ਜੀ, ਹਉਮੈ ਵੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਕਈ ਵਾਰ ਇਹ ਫਰਸਟ੍ਰੇਸ਼ਨ ਚੋਂ ਵੀ ਨਿਕਲਦਾ ਔਰ ਸਰਟਨਲੀ ਇਨਸਿਕਿਉਰਿਟੀ ਚੋਂ ਵੀ ਨਿਕਲਦਾ। ਪਰ ਮੈਂ ਸਮਝਦਾ ਵੀ ਕੁੱਲ ਮਿਲਾ ਕੇ, ਔਰ ਮੈਂ ਅੱਗੇ ਵੀ ਸ਼ਾਇਦ ਇਹ ਕੋਟ ਕੀਤਾ ਸੀ ਕਿ ਜਿਹੜਾ ਜਦੋਂ ਡਾਕਟਰ ਸਿੰਥੀਆ ਨੇ ਫਾਈਟਿੰਗ ਫॉर ਫੇਥ ਐਂਡ ਨੇਸ਼ਨ ਕਿਤਾਬ ਦੇ ਉੱਤੇ ਕੰਮ ਕੀਤਾ ਔਰ ਜਿੰਨੀ ਮੇਰੀ ਅਸਿਸਟੈਂਸ ਸੀ ਮੈਂ ਵੀ ਦਿੱਤੀ, ਤੇ ਮੈਂ ਉਹਨਾਂ ਨੂੰ ਐਨਕਰੇਜ ਕੀਤਾ। ਮੈਂ ਉਹਨਾਂ ਨੂੰ ਕਿਹਾ ਜੀ ਇੱਥੇ ਅੱਡ ਕੋਈ ਮੈਂ ਹੀ ਨੁਮਾਇੰਦਾ ਨਹੀਂ ਹੈ ਸਾਰਿਆਂ ਦਾ, ਮੈਂ ਤਾਂ ਇੱਕ ਫੈਕਸ਼ਨ ਨੂੰ ਰਿਪਰੈਜ਼ੈਂਟ ਕਰਦਾ, ਉਦੋਂ ਪੰਥਕ ਕਮੇਟੀ ਦੇ ਸਪੋਕਸਪਰਸਨ ਦੇ ਤੌਰ ਤੇ ਸੀ ਜੀ। ਮੈਂ ਕਿਹਾ ਹੋਰ ਵੀ ਨੇ ਜਿਹੜੇ ਸਾਡੇ ਨਾਲ ਨਹੀਂ ਤੁਰਦੇ, ਪਰ ਤੁਸੀਂ ਉਹਨਾਂ ਨੂੰ ਵੀ ਇੰਟਰਵਿਊ ਕਰੋ ਤਾਂ ਕਿ ਤੁਹਾਨੂੰ ਇੱਕ ਪ੍ਰੋਪਰ ਹੋਏ ਕਿ ਵੀ ਇਹ ਸਾਰੀ ਮੂਵਮੈਂਟ ਦਾ ਕੀ ਹੈ। ਔਰ ਜਦੋਂ ਆਲਮੋਸਟ ਬੁੱਕ ਪ੍ਰੋਜੈਕਟ ਕੰਪਲੀਟ ਹੋਣ ਦੇ ਨੇੜੇ ਸੀ ਤਾਂ ਇੱਕ ਦਿਨ ਲਾਈਟਰ ਮੋਮੈਂਟਸ ਗੱਲ ਚੱਲ ਰਹੀ ਸੀ, ਤਾਂ ਉਹਨੇ ਬੀਬੀ ਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ। ਮੈਂ ਕਿਹਾ ਜੀ ਕੀ ਹੈ। ਉਹਨੇ ਕਿਹਾ ਜੀ ਕਿ ਵੀ ਇਹ ਕੀ ਪ੍ਰੋਬਲਮ ਹੈ ਤੁਹਾਡੀਆਂ ਸਾਰੀਆਂ ਧਿਰਾਂ ਨੂੰ, ਵੀ ਜਿਹਦੇ ਕੋਲ ਜਾਓ ਦੂਜੇ ਨੂੰ ਕਹਿੰਦਾ ਵੀ ਇੰਡੀਅਨ ਏਜੰਟ ਹੈ, ਉਹ ਉਹਨੂੰ ਕਹਿੰਦਾ ਤੇ ਇਹ ਤੁਹਾਡਾ ਕੀ ਹੈ। ਔਰ ਕਹਿੰਦੇ ਵੀ ਮੈਨੂੰ ਸਾਰੇ ਜਿਹਨਾਂ ਨੂੰ ਮੈਂ ਮਿਲਦੀ ਹਾਂ ਲੱਗਦਾ ਕਿ ਵੀ ਇਹ ਹੈ ਤਾਂ ਸਚਿਆਰੇ ਲੱਗਦੇ ਨੇ, ਪਰ ਉਹ ਇੱਕ ਦੂਜੇ ਨੂੰ ਟੋਲਰੇਟ ਕਰਨ ਨੂੰ ਤਿਆਰ ਨਹੀਂ ਹੈਗੇ ਔਰ ਸਭ ਇੰਡੀਅਨ ਏਜੰਟ ਬਣਾਉਂਦੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਗੱਲ ਇਹ ਹੈ ਕਿ ਅਸੀਂ 18ਵੀਂ ਸਦੀ ਤੋਂ ਹੀ ਲੜੇ ਆ ਸਰਕਾਰ ਦੇ ਖਿਲਾਫ। ਦਿੱਲੀ ਤਖਤ, ਦਿੱਲੀ 'ਚ ਪਾਵਰ ਸੈਂਟਰ ਹੈ ਜੀ। ਸੋ ਮੈਂ ਕਿਹਾ ਵੀ ਜਦੋਂ ਅਸੀਂ ਆਪਸ ਦੇ ਵਿੱਚ ਕੋਈ ਡਿਫਰੈਂਸ ਹੁੰਦਾ, ਜਿਹੜੀ ਕੋਈ ਅਸੀਂ ਕਿਸੇ ਨੂੰ ਵਰਸਟ ਗਾਲ ਕੱਢਣੀ ਹੁੰਦੀ ਆ, ਉਹ ਇੰਡੀਅਨ ਏਜੰਟ ਹੀ ਹੁੰਦਾ। ਪਰ ਇੱਕ ਗੱਲ ਜ਼ਾਹਰ ਹੈ ਵੀ ਸਾਰੇ ਇੰਡੀਅਨ ਸਰਕਾਰ ਨੂੰ ਨਫ਼ਰਤ ਕਰਦੇ ਨੇ, ਔਰ ਉਹਦੇ ਚੋਂ ਹੀ ਇਹ ਗੱਲ ਨਿਕਲਦੀ ਹੈ ਕਿ ਜੇ ਤੁਸੀਂ ਦੂਜੇ ਨੂੰ ਕੁਝ, ਹਾਲਾਂਕਿ ਉਹਨਾਂ ਨੇ ਮੈਨੂੰ ਕਿਹਾ ਵੀ ਯੂ ਹੈਵ ਐਕਸਪਲੇਨੇਸ਼ਨ ਫॉर ਐਵਰੀਥਿੰਗ, ਲਾਈਟਰ ਵੇਨ 'ਚ ਹੱਸਦੇ ਆ। ਪਰ ਮੈਂ ਉਹਨਾਂ ਨੂੰ ਕਿਹਾ ਜੀ ਇੱਕ ਗੱਲ ਇਹਦੇ ਚੋਂ ਤੁਸੀਂ ਇਹ ਛੱਡ ਦਿਓ ਵੀ ਕਿਹਨੂੰ ਏਜੰਟ ਕਿਹਾ, ਪਰ ਇੱਕ ਗੱਲ ਜ਼ਾਹਰ ਹੈ ਕਿ ਹਰ ਕੋਈ ਜਿਹੜਾ ਹੈ ਉਹ ਇੰਡੀਅਨ ਸਿਸਟਮ ਨੂੰ ਨਫ਼ਰਤ ਕਰਦਾ ਔਰ ਉਹਨੂੰ ਜਿਹੜਾ ਉਹ ਨਕਾਰਦਾ। ਸੋ ਮੈਂ ਸਮਝਦਾ ਵੀ ਸਾਨੂੰ ਇਹ ਜਿਹੜੇ ਥੋੜੇ ਬਹੁਤ ਚੱਲ ਰਿਹਾ ਆਪਸ ਦੇ ਵਿੱਚ, ਕਈ ਵਾਰੀ ਪਰਸਨੈਲਿਟੀ ਕਲੈਸ਼ ਵੀ ਨੇ, ਇਨਸਿਕਿਉਰਿਟੀ ਵੀ ਹੈ, ਕਈ ਵਾਰ ਥੋੜਾ ਬਹੁਤ ਹਨੇਰਾ ਪੱਖ ਵੀ ਹੈ, ਅੱਗੇ ਵਧਣ ਦੀ ਗੱਲ ਵੀ ਹੈ, ਪਰ ਕੁੱਲ ਮਿਲਾ ਕੇ ਮੈਂ ਇਸ ਨੂੰ ਨਹੀਂ ਸਮਝਦਾ ਕਿ ਵੀ ਇਹ। ਔਰ ਇਸੇ ਲਈ ਜਦੋਂ ਕੋਈ ਏਕਤਾ ਦੀ ਗੱਲ, ਇੱਕ ਲੀਡਰ ਦੀ ਗੱਲ ਕਰਦਾ ਹੈ, ਤਾਂ ਮੈਂ ਇਹ ਕਹਿੰਦਾ ਜੀ ਸਿੱਖਾਂ 'ਚ
ਇਹ ਵਰਕੇਬਲ, ਜਿਵੇਂ ਪਠਾਣਾ 'ਚ ਵਰਕੇਬਲ ਨਹੀਂ ਨਾ ਹੈ, ਪਠਾਣਾ 'ਚ ਵੀ ਅਲਟੀਮੇਟਲੀ ਉਹਨਾਂ ਦੇ ਕਬੀਲੇ ਨੇ ਜੀ, ਔਰ ਉਹਨਾਂ 'ਚ ਜਿਹੜਾ ਸਿਸਟਮ ਵਰਕਆਊਟ ਕਰਦਾ ਉਹ ਜਰਗਾ ਹੈ। ਜਰਗੇ 'ਚ ਸਾਰੇ ਬਹਿ ਜਾਂਦੇ ਨੇ, ਆਪਣੇ ਆਪਣੇ ਕਬੀਲੇ ਨੂੰ ਨਹੀਂ ਉਹ ਛੱਡਦੇ। ਸੋ ਮੈਂ ਕਿਹਾ ਜੀ ਸਾਡਾ ਮਾਡਲ 18ਵੀਂ ਸਦੀ 'ਚ ਸਿੱਖਾਂ ਨੇ, ਮੈਂ ਕਿਹਾ ਉਹ ਬੰਦਾ ਸਿੰਘ ਬਹਾਦਰ ਕਿੰਨਾ ਕੈਰਿਜ਼ਮੈਟਿਕ ਲੀਡਰ ਸੀ, 10ਵੇਂ ਪਾਤਸ਼ਾਹ ਨੇ ਆਪ ਉਹਨੂੰ ਚੁਣਿਆ, ਆ ਕੇ ਉਹਨੇ ਹੇਠਲੀ ਉੱਤੇ ਲਿਆ ਦਿੱਤੀ, ਲੇਕਿਨ ਅਲਟੀਮੇਟਲੀ ਬੰਦਾ ਸਿੰਘ ਬਹਾਦਰ ਦੇ ਵਿਰੋਧ 'ਚ ਵੀ ਖਲੋ ਗਏ ਤੱਤ ਖਾਲਸਾ ਬਣ ਕੇ ਕਿ ਜੀ ਫਲਾਣਾ ਤੇ ਢਿਮਕਾ। ਸੋ ਮੈਂ ਕਿਹਾ ਵੀ ਫਿਰ ਜਿਹੜਾ ਮਾਡਲ ਜਿਹਨੇ ਸਾਨੂੰ ਮੁਗਲਾਂ ਅਫਗਾਨਾਂ ਦੋਨਾਂ ਤੋਂ ਨਿਜਾਤ ਦਿਵਾਈ ਉਹ ਸੀ ਸਰਬੱਤ ਖਾਲਸਾ ਮਾਡਲ। ਔਰ ਸਰਬੱਤ ਖਾਲਸਾ ਮਾਡਲ ਝੰਡੇ ਆਪਣੇ ਆਪਣੇ ਸੀ, 12 ਮਿਸਲਾਂ ਦੇ ਆਪਣੇ ਝੰਡੇ ਸੀ, ਰੈਲਿੰਗ ਪੁਆਇੰਟ ਅਕਾਲ ਤਖਤ ਔਰ ਕਾਮਨ ਏਜੰਡਾ, ਕਾਮਨ ਗੋਲ ਦੇ ਉੱਤੇ ਉਹਨਾਂ ਝੰਡੇ ਆਪਣੇ ਰੱਖੋ, ਆਪਣਾ ਤੁਹਾਡੀ ਹੋਂਦ ਰਹੇ। ਔਰ ਅੱਜ ਵੀ ਅਸੀਂ ਸਮਝਦੇ ਜਿੰਨੀਆਂ ਜਥੇਬੰਦੀਆਂ ਗਣਾਈਆਂ ਇਹ ਆਪਣਾ ਜੀ ਸਦਕੇ ਰੱਖਣ ਆਪਣਾ ਪਾਰਟ, ਲੇਕਿਨ ਕੌਮੀ ਆਜ਼ਾਦੀ ਦਾ ਏਜੰਡੇ ਦੇ ਉੱਤੇ ਮੈਂ ਸਮਝਦਾ ਵੀ ਆਲਮੋਸਟ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਹਨਾਂ ਨੇ ਕਹੀਆਂ ਨੇ ਉਹ ਸਿੱਖ ਫਰੀडम ਦੀ ਗੱਲ ਹੀ ਕਰਦੀਆਂ ਨੇ। ਸੋ ਥੋੜਾ ਬਹੁਤ ਵਿਚਾਰਧਾਰਕ ਪਾਰਟ ਹੈ। ਦੂਸਰਾ ਪਾਰਟ ਜਿਹੜਾ ਉਹਨਾਂ ਨੇ ਈਸਟ ਤੈਮੂਰ ਦੀ ਗੱਲ ਕੀਤੀ ਕਿ ਜੀ ਪਾਵਰਟੀ ਲਾਈਨ ਤੋਂ ਹੇਠਾਂ ਤੇ ਗਲਤੀ ਸੁਧਾਰੋ ਨਾ ਕਿ ਵਿਗਾੜੋ। ਔਰ 6 ਫਾਰ ਜਸਟਿਸ ਬਾਰੇ ਉਹਨਾਂ ਨੇ ਕਿਹਾ ਜੀ ਕੌਮ ਕੋਲ ਕੋਈ ਪੁਖਤਾ ਇਹਨਾਂ ਦੇ ਕੋਲ ਕੋਈ ਹੈ ਪੁਖਤਾ ਸਟ੍ਰੈਟਜੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਦਾ ਜਵਾਬ ਤਾਂ ਉਹੀ ਦੇ ਸਕਦੇ ਨੇ ਵੀ ਪੁਖਤਾ ਕੀ ਹੈ, ਪਰ ਮੈਨੂੰ ਇੰਨਾ ਕੁ ਜ਼ਰੂਰ ਹੈ ਕਿ ਉਹਨਾਂ ਨੇ ਬੜੀ ਜ਼ਬਰਦਸਤ ਅਵੇਅਰਨੈਸ ਕੈਂਪੇਨ ਇਸ ਦੇ ਥੱਲੇ, ਇਸ ਤੋਂ ਪਹਿਲਾਂ ਜੈਨੋਸਾਈਡ ਨਹੀਂ ਤਾਂ ਅੱਜ ਤੋਂ ਪਹਿਲਾਂ ਦਿੱਲੀ ਦੇ ਹਵਾਲੇ ਨਾਲ ਉਹਨੂੰ ਦੰਗੇ ਕਿਹਾ ਜਾਂਦਾ ਸੀ। ਸੋ ਇਹਨਾਂ ਨੇ ਇਸ ਕਿਸਮ ਦਾ ਕੰਮ ਕੀਤਾ ਹੈ ਕਿ ਅਕਾਲ ਤਖਤ ਨੇ ਜੈਨੋਸਾਈਡ ਡਿਕਲੇਅਰ ਕੀਤਾ, ਫਿਰ ਇੰਡੀਅਨ ਹੋਮ ਮਿਨਿਸਟਰ ਰਾਜਨਾਥ ਸਿੰਘ ਨੇ ਵੀ ਕਿਹਾ, ਅੱਜ ਕੈਲੀਫੋਰਨੀਆ ਦੀਆਂ ਅਸੈਂਬਲੀ ਸੈਨੇਟ ਹੋਰ ਸ਼ਹਿਰਾਂ ਦੇ ਵਿੱਚ ਹੋਇਆ। ਸੋ ਜਿਹੜਾ ਚੰਗਾ ਕੰਮ ਹੈ ਮੈਂ ਸਮਝਦਾ ਵੀ ਉਹਨਾਂ ਦੇ ਵਿੱਚ ਇਹ ਹੈ ਜ਼ਰੂਰ ਕਿ ਅਵੇਅਰਨੈਸ ਕੈਂਪੇਨ ਦੇ ਹਵਾਲੇ ਨਾਲ ਅਸੀਂ ਦੇਖਦੇ। ਬਾਕੀ ਨੇਸ਼ਨ ਬਣਾਣੇ, ਨੇਸ਼ਨ ਸਟੈਂਡ ਕਰਨੇ, ਨੇਸ਼ਨ ਚਲਾਣੇ ਇਹ ਕਿਸੇ ਇੱਕ ਦੋ ਬੰਦਿਆਂ ਦੇ ਹੱਥ 'ਚ ਨਹੀਂ ਹੋਣਾ ਚਾਹੀਦਾ ਜਾਂ ਨਹੀਂ ਹੁੰਦਾ। ਇਸ ਲਈ ਸਾਨੂੰ ਜਿਹੜਾ ਸਿਸਟਮ ਉਹ ਇਵੋਲਵ ਹੋਏਗਾ, ਜਿਉਂ-ਜਿਉਂ ਜਾਗਰੂਕਤਾ ਹੋਏਗੀ, ਜਿਉਂ-ਜਿਉਂ ਇਸ ਪਾਸੇ ਤੁਰਨ ਵਾਲੇ ਹੋਣਗੇ। ਤੇ ਬਾਕੀ ਪਾਕਿਸਤਾਨੀ ਪੰਜਾਬ ਜਾਂ ਦੂਜਿਆਂ ਦੇ ਹਵਾਲੇ ਨਾਲ ਮੈਂ ਸਮਝਦਾ ਵੀ ਅਸੀਂ ਅੱਗੇ ਵੀ ਇਹ ਕਿਹਾ ਸੀ ਕਿ ਇਸ ਪਾਸਿਓਂ ਅਸੀਂ ਬਿਲਕੁਲ ਕਲੀਅਰ ਹੈ ਕਿ ਇਸ ਪੰਜਾਬ ਦੇ ਵਿੱਚ 50,300 ਸਕੁਅਰ ਕਿਲੋਮੀਟਰ ਏਰੀਆ ਪਲੱਸ ਨਾਲ ਲੱਗਦੇ ਹਰਿਆਣਾ, ਹਿਮਾਚਲ, ਰਾਜਸਥਾਨ ਦੇ ਸਿੱਖ ਇਲਾਕੇ ਸਾਡਾ ਬੇਸ ਨੇ। ਔਰ ਅਸੀਂ ਉਹ ਇਨ ਪ੍ਰੈਕਟੀਕਲ ਗੱਲਾਂ ਨਾ ਕਰੀਏ ਜਿਨ੍ਹਾਂ ਦਾ ਕੋਈ ਆਧਾਰ ਨਹੀਂ ਹੈ। ਪਾਕਿਸਤਾਨੀ ਪੰਜਾਬ ਦੀ ਆਬਾਦੀ 100 ਮਿਲੀਅਨ ਦੇ ਲਗਭਗ ਹੈ ਔਰ ਇੱਕ ਨੇਸ਼ਨ ਜੇ ਪਾਕਿਸਤਾਨ ਦਾ 65% ਪਾਕਿਸਤਾਨੀ ਪੰਜਾਬ ਹੈ। ਇਧਰ ਅਸੀਂ ਸਾਰੇ ਰਲਾ ਮਿਲਾ ਕੇ ਵੀ ਹਿੰਦੂ, ਮੁਸਲਮਾਨ, ਈਸਾਈ ਵੀ ਰਲਾ ਕੇ 27-28 ਮਿਲੀਅਨ ਬਣਦੇ। ਅਸੀਂ ਕਿਵੇਂ ਈਵਨ ਇਹ ਅਦਰਵਾਈਜ਼ ਵੀ ਵਿਹਾਰਕ ਤੌਰ ਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ 20 ਮਿਲੀਅਨ ਲੋਕ ਜਿਹੜੇ ਨੇ ਉਹ 100 ਮਿਲੀਅਨ ਦੇ ਨੂੰ ਡੋਮੀਨੇਟ ਕਰਨਗੇ? ਇਹ ਕੋਈ ਸਟੋਨ ਏਜ ਹੈ ਜਾਂ 18ਵੀਂ ਸਦੀ ਹੈ? ਸੋ ਮੈਂ ਸਮਝਦਾ ਵੀ ਇਹ ਗੱਲਾਂ ਸਾਨੂੰ ਜਿਹੜਾ ਉਹ ਰੀਅਲਿਸਟਿਕਲੀ ਦੇਖਣ ਦੀ ਲੋੜ ਹੈ ਕਿ ਅਸੀਂ ਨਾ ਹੀ ਇਸ ਕਿਸਮ ਦੇ ਹਾਂ ਜਿਹੜਾ ਸਾਡੀ ਸਮੁੰਦਰ ਤੱਕ ਐਕਸੈਸ ਹੈ ਲਖਪਤ ਤੱਕ, ਉਹ ਜਦੋਂ ਅਸੀਂ ਇਹਨਾਂ ਦੇ ਨਾਲ ਦਿੱਲੀ ਦੇ ਹਾਕਮਾਂ ਨਾਲ ਡਿਸਾਈਡ ਕਰਾਂਗੇ ਅਸੀਂ ਆਪਣੀ ਲਾਈਨ ਵੀ ਬੜੀ ਕਲੀਅਰ ਕਰਾਂਗੇ। ਔਰ ਇਸ ਤੋਂ ਇਲਾਵਾ ਪਾਕਿਸਤਾਨ ਦੇ ਹਵਾਲੇ ਨਾਲ ਸਾਡਾ ਨੈਕਸਟ ਡੋਰ ਨੇਬਰ, ਸੈਂਟਰਲ ਏਸ਼ੀਆ ਤੱਕ ਸਾਡੀ ਐਕਸੈਸ, ਸਾਡੇ ਗੁਰਦੁਆਰਿਆਂ ਦੀ ਸੇਵਾ ਸੰਭਾਲ, ਸਾਂਭ ਸੰਭਾਲ ਔਰ ਇੱਕ ਭਾਈਚਾਰਕ ਸਾਂਝ ਅਮਰੀਕਾ ਕੈਨੇਡਾ ਵਾਂਗ ਅਸੀਂ ਇਹਨਾਂ ਨਾਲ ਚਾਹਾਂਗੇ। ਔਰ ਜਮਨਾ ਪਾਰ ਜੇ ਇਹ ਵੀ ਅਕਲ ਦੀ ਦਵਾਈ ਖਾਣਗੇ ਔਰ ਇਹ ਸਾਰੀ ਸਿੱਖ ਨਫ਼ਰਤ ਚੋਂ ਨਿਕਲਣਗੇ ਤੇ ਜਮਨਾ ਪਾਰ ਵਾਲਿਆਂ ਨਾਲ ਵੀ ਅਸੀਂ ਚਾਹਾਂਗੇ ਇਹਨਾਂ ਦੇ ਜਿਹੜਾ ਗੰਗਾ ਜਮਨਾ ਤਹਿਜ਼ੀਬ ਵਾਲਿਆਂ ਦਾ ਦੇਸ਼ ਬਚੇਗਾ ਜਿੰਨਾ ਤੇ ਉਹਨਾਂ ਦੇ ਨਾਲ ਵੀ ਸਾਡਾ ਦੋਸਤਾਨਾ ਸੰਬੰਧ ਰਹੇ। ਸੋ ਇਹਨਾਂ ਦਾ ਭੈਣ ਜੀ ਦਾ, ਅਮਨਜੋਤ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ ਔਰ ਇੱਥੋਂ ਅੱਗੇ ਗੱਲ ਸ਼ੁਰੂ ਕਰਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।